ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਇੱਕ ਵਾਰ ਫਿਰ ਤੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਅਸੀਂ ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਉਹ ਸਾਡੀ ਢਾਲ ਹੈ ਅਤੇ ਸਾਨੂੰ ਸਾਰੀ ਵਿਪੱਤੀਆਂ ਤੋਂ ਬਚਾਉਂਦਾ ਹੈ। ਦੋਸਤੋ, ਅਸੀਂ ਪਰਮੇਸ਼ਵਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਤੋਂ ਆਤਮਿਕ ਯੁੱਧ ਦੇ ਉੱਤੇ ਲੜੀਵਾਰ ਸਿੱਖਿਆ ਪ੍ਰਾਪਤ ਕਰਦੇ ਆ ਰਹੇ ਹਾਂ। ਇਸ ਅਧਿਐਨ ਦੇ ਲਈ ਮੁੱਖ ਹਵਾਲਾ ਅਫਸੀਆਂ ਦੀ ਪੱਤਰੀ ਦੇ 6 ਅਧਿਆਏ ਦੇ ਵਿੱਚੋਂ ਲਿਆ ਗਿਆ, ਜਿਸ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਨੇ ਸਾਰੇ ਸ਼ਸਤਰ ਬਸਤਰ ਲੈ ਲਓ ਤਾਂ ਜੋ ਤੁਸੀਂ ਬੁਰੇ ਦਿਨਾਂ ਦੇ ਵਿੱਚ ਸਾਹਮਣਾ ਕਰ ਸਕੋ। ਹੁਣ ਤੱਕ ਅਸੀਂ ਨੇਚਾ ਦੀ ਢਾਲ ਦੇ ਵਿਸ਼ੇ ਤੇ ਜਾਣਕਾਰੀ ਹਾਸਲ ਕੀਤੀ ਹੈ। ਅੱਜ ਅਸੀਂ ਮੁਕਤੀ ਦੇ ਟੋਪ ਦੇ ਬਾਰੇ ਗੱਲਬਾਤ ਕਰਾਂਗੇ। ਪਰਮੇਸ਼ਵਰ ਦੇ ਸ਼ਸਤਰ ਬਸਤਰਾਂ ਦੇ ਅਧੀਨ ਗੱਲਬਾਤ ਕਰਦੇ ਹੋਏ ਮੁਕਤੀ ਦੇ ਟੋਪ ਬਾਰੇ ਅਸੀਂ ਆਪਣੀਆਂ ਬਾਈਬਲਾਂ ਦੇ ਵਿੱਚੋਂ ਅਫਸੀਆਂ ਦੀ ਪੱਤਰੀ ਦੇ 6ਵੇਂ ਅਧਿਆਏ ਦੀ 17 ਆਇਤ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਸੋ ਦਰਸ਼ਕੋ, ਆਓ ਬਿਨਾਂ ਦੇਰ ਕੀਤੇ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਅਤੇ ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਅਧਿਐਨ ਮੁਕਤੀ ਦਾ ਟੋਪ ਡਾਕਟਰ ਡੇਵਿਡ ਜਰਮਾਇਆ ਦੇ ਨਾਲ। ਅੱਜ ਅਸੀਂ ਮੁਕਤੀ ਦੇ ਟੋਪ ਬਾਰੇ ਗੌਰ ਕਰਨ ਵਾਸਤੇ ਜਾ ਰਹੇ ਹਾਂ। ਨੰਬਰ 1, ਮੁਕਤੀ ਦੇ ਟੋਪ ਨੂੰ ਸਮਝਣਾ। ਊੜਾ ਭਾਗ ਇਹ ਯਿਸੂ ਮਸੀਹ ਵਿੱਚ ਦਰਸਾਇਆ ਗਿਆ ਹੈ। ਐੜਾ ਭਾਗ ਕਿਸੇ ਕਿਸਮ ਦੀ ਸੇਵਾ ਲਈ ਇਹ ਇੱਕ ਮੁੱਢਲੀ ਲੋੜ ਹੈ। ਈੜੀ ਭਾਗ ਇਹ ਆਪ ਦੇ ਜੀਵਨ ਵਿੱਚ ਪਰਮੇਸ਼ਰ ਦੀ ਸ਼ਕਤੀ ਹੈ। ਸੱਸਾ ਭਾਗ ਇਹ ਪਰਮੇਸ਼ਰ ਦੀ ਬਾਣੀ ਨੂੰ ਪੜ੍ਹਨ ਦੇ ਦੁਆਰਾ ਪੈਦਾ ਕੀਤੀ ਜਾਂਦੀ ਹੈ। ਹਾਹਾ ਭਾਗ ਇਹ ਪ੍ਰਾਰਥਨਾ ਦੇ ਦੁਆਰਾ ਸੰਭਵ ਹੈ। ਨੰਬਰ 2, ਮੁਕਤੀ ਦੇ ਟੋਪ ਨੂੰ ਵਰਣਨ ਦੇ 2 ਤਰੀਕੇ। ਊੜਾ ਭਾਗ ਹਿੱਸਕ ਜਗਤ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਵਾਸਤੇ। ਐੜਾ ਭਾਗ ਮਨ ਅਤੇ ਦਿਲ ਦੀ ਕਿਲਿਆਂ ਨੂੰ ਢਾਉਣ ਵਾਸਤੇ। ਕਿ ਆਪ ਅੱਜ ਕਿਰਪਾ ਕਰਕੇ ਆਪਣੀਆਂ ਬਾਈਬਲਾਂ ਨੂੰ ਖੋਲੋ ਕਿ ਮੇਰੇ ਨਾਲ ਇਫਸੀਆਂ ਦੀ ਪੱਤਰੀ ਵਿੱਚ ਦੁਆਰਾ ਫਿਰ ਮੇਰੇ ਨਾਲ ਆਓਗੇ। ਇਫਸੀਆਂ ਦੀ ਪੱਤਰੀ 6 ਅਧਿਆਏ ਅਤੇ ਅਸੀਂ ਅੱਜ 17 ਔਦ ਦੇ ਵਚਨਾਂ ਉੱਤੇ ਗੌਰ ਕਰਨ ਜਾ ਰਹੇ ਹਾਂ। ਜਦੋਂ ਕਿ ਅਸੀਂ ਮੁਕਤੀ ਦੇ ਟੋਪ ਦੀ ਖੋਜ ਕਰਦੇ ਜਾਵਾਂਗੇ, ਆਓ ਅਸੀਂ 16 ਅਤੇ 17 ਐਤ ਨੂੰ ਮਿਲ ਕੇ ਪੜ੍ਹਦੇ ਹਾਂ। ਆਪ ਆਪਣੀਆਂ ਬਾਈਬਲਾਂ ਵਿੱਚੋਂ ਮੇਰੇ ਨਾਲ ਗੌਰ ਕਰੋ ਜਦੋਂ ਕਿ ਮੈਂ ਆਪਣੀ ਬਾਈਬਲ ਵਿੱਚੋਂ ਪੜ੍ਹਦਾ ਹਾਂ। ਉਹਨਾਂ ਸਭਨਾਂ ਸਣੇ ਨੇਚਾ ਦੀ ਢਾਲ ਲਓ ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨਬਾਣਾਂ ਨੂੰ ਬੁਝਾ ਸਕੋ ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ ਲੈ ਲਓ। ਸਾਡਾ ਅੱਜ ਦਾ ਸਬਕ ਇਸ ਵਚਨ ਵਿੱਚ ਲਪੇਟਿਆ ਹੋਇਆ ਹੈ ਕਿ ਮੁਕਤੀ ਦੇ ਟੋਪ ਨੂੰ ਲੈ ਲਵੋ। ਇੱਕ ਕਲੀਸਿਆ ਵਿੱਚ ਪਾਸਵਾਨ ਦੀ ਸੇਵਾ ਕਰਨ ਦੀ ਖੁਸ਼ੀ ਅਕਸਰ ਉਹਨਾਂ ਲੋਕਾਂ ਦੇ ਮਿਲਦੀ ਹੈ ਜੋ ਇਸ ਕਲੀਸਿਆ ਵਿੱਚ ਹਨ। ਕਦੇ-ਕਦੇ ਲੋਕ ਮੇਰੇ ਹੱਥ ਦੇ ਵਿੱਚ ਇੱਕ ਪਰਚੀ ਦਰਵਾਜ਼ੇ ਉੱਤੇ ਖੜੇ ਪਕੜਾਉਂਦੇ ਹਨ ਜਾਂ ਫਿਰ ਹਫ਼ਤੇ ਦੇ ਦੌਰਾਨ ਕਿਸੇ ਦੱਸੀ ਹੋਈ ਸੱਚਾਈ ਬਾਰੇ ਆਪਣੇ ਵੱਲੋਂ ਆਪਣੀ ਜਵਾਬਦੇਹੀ ਨੂੰ ਜ਼ਾਹਿਰ ਕਰਨ ਦੇ ਲਈ ਉਹ ਸਾਨੂੰ ਖੱਤ ਲਿਖਦੇ ਹਨ ਜੋ ਸੱਚਾਈ ਪਰਮੇਸ਼ਰ ਨੇ ਉਹਨਾਂ ਨੂੰ ਸਿਖਾਉਂਦਾ ਆ ਰਿਹਾ ਹੋਵੇ। ਸਾਡੀ ਕਲੀਸਿਆ ਦੇ ਵਿੱਚ ਕੁਝ ਵੀ ਬਹੁਤ ਵਰਦਾਨ ਪਾਏ ਜਾਂਦੇ ਹਨ ਅਤੇ ਕਿਤਾਬਾਂ ਲਿਖਣ ਵਾਲੇ ਲੇਖਕ ਹਨ ਜੋ ਕਿ ਆਪਣੇ ਅਨੁਭਵ ਦੇ ਰਾਹੀਂ ਸੱਚਾਈ ਨੂੰ ਸਮਝਣ ਦੇ ਯੋਗ ਸਨ। ਸ਼ਾਇਦ ਉਹ ਅਨੁਭਵ ਅਤੇ ਖਤਚਰ ਦੇ ਰਾਹੀਂ ਜੋ ਕਿ ਜ਼ਿਆਦਾ ਪਹਿਲਾਂ ਨਹੀਂ ਹੋਇਆ ਹੋਵੇ। ਇਹ ਸਾਡੀ ਕਲੀਸਿਆ ਦੇ ਮਨੁੱਖਾਂ ਵਿੱਚੋਂ ਇੱਕ ਨੇ ਮੈਨੂੰ ਕੁਝ ਲੈ ਕੇ ਪਕੜਾਇਆ ਜੋ ਕਿ ਵਿਸ਼ਵਾਸੀ ਦੇ ਸ਼ਸਤਰ ਵਸਤਰ ਨਾਲ ਸੰਬੰਧਿਤ ਆਰੰਭ ਸੰਦੇਸ਼ਾਂ ਵਿੱਚੋਂ ਇੱਕ ਤੋਂ ਬਾਅਦ ਉਸਨੇ ਇਹ ਮੈਨੂੰ ਲਿਖਿਆ ਸੀ।
ਇਹ ਲਿਖਣਾ ਉਸ ਦੇ ਦੁਆਰਾ ਉਸ ਦੇ ਜੀਵਨ ਵਿੱਚ ਪਾਏ ਇੱਕ ਅਨੁਭਵ ਨੂੰ ਵਰਣਨ ਕਰਨ ਦੀ ਇੱਕ ਕੋਸ਼ਿਸ਼ ਸੀ, ਜਿਸ ਨੇ ਉਸ ਨੂੰ ਹਾਰ, ਨਿਰਾਸ਼ ਅਤੇ ਨਿਰਤੋਸ਼ਾਹਿਤ ਕੀਤਾ ਸੀ। ਉਸ ਦੇ ਵੱਲੋਂ ਇਹ ਇੱਕ ਇਮਾਨਦਾਰ ਕੋਸ਼ਿਸ਼ ਸੀ, ਇੱਕ ਜਿਸ ਦੇ ਬਾਰੇ ਗੱਲ ਕਰਨ ਜੋ ਸ਼ੈਤਾਨ ਉਸ ਦੇ ਜੀਵਨ ਵਿੱਚ ਜਿੱਤ ਚੁੱਕਾ ਸੀ, ਅਤੇ ਇਸ ਤਰ੍ਹਾਂ ਉਸ ਨੇ ਇਸ ਤੋਂ ਬਾਅਦ ਮਹਿਸੂਸ ਕੀਤਾ ਸੀ। ਉਸ ਨੇ ਆਖਿਆ ਕਿ ਉਹ ਸੰਦੇਸ਼ ਜੋ ਸਭ ਉਸ ਨੇ ਇਸ ਵਿੱਚ ਸੁਣਿਆ ਸੀ ਉਹ ਇਸ ਤਰ੍ਹਾਂ ਸੀ, ਹਰੇਕ ਆਓ, ਇਹ ਦੋਸ਼ੀ ਲੱਭਣ ਲਈ ਇੱਕ ਵੱਡਾ ਸਥਾਨ ਹੈ। ਇਹ ਬਹੁਤ ਹੀ ਉਤਸ਼ਾਹਿਤ ਕਰਨ ਵਾਲੀ ਗੱਲ ਹੈ ਕਿ ਇਹ ਕੰਮ ਹਮੇਸ਼ਾ ਹੀ ਅੱਛਾ ਹੁੰਦਾ ਹੈ। ਅਸੀਂ ਅੱਛਾ ਭੋਜਨ ਅਤੇ ਪਕਵਾਨ ਪਕਾਉਂਦੇ ਹਾਂ। ਅਸੀਂ ਥੋੜ੍ਹਾ ਜਿਹਾ ਧੋਖਾ ਦਿੰਦੇ ਹਾਂ, ਥੋੜ੍ਹੀ ਜਿਹੀ ਚੋਰੀ ਕਰਦੇ ਹਾਂ, ਥੋੜ੍ਹਾ ਜਿਹਾ ਝੂਠ ਬੋਲਦੇ ਹਾਂ ਅਤੇ ਅਸੀਂ ਪਕੜੇ ਨਹੀਂ ਜਾਂਦੇ। ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਹੁੰਦਾ। ਬਾਅਦ ਵਿੱਚ ਆਪ ਸੰਬੰਧਾਂ, ਜ਼ਿੰਮੇਵਾਰੀ ਅਤੇ ਅਮਲ ਵਿੱਚ ਪਰਮੇਸ਼ਰ ਕੀ ਹੈ ਇਸ ਦੇ ਬਾਰੇ ਸਮਝ ਸਕਦੇ ਹੋ। ਇਸ ਤਰ੍ਹਾਂ ਮੈਂ ਦਰਵਾਜ਼ੇ ਦੇ ਅੰਦਰ ਗਿਆ। ਉਸ ਨੇ ਆਖਿਆ, ਜੋ ਇਸ ਘਰ ਦਾ ਦਰਵਾਜ਼ਾ ਸੀ, ਇਹ ਸਭ ਕੁਝ ਬਹੁਤ ਮਹਾਨ ਜਾਪਦਾ ਸੀ। ਮੇਰੇ ਕੋਲ ਇੱਥੇ ਬਤੀਤ ਕਰਨ ਲਈ ਕੁਝ ਸਮਾਂ ਸੀ। ਮੈਂ ਭੋਜਨ ਅਤੇ ਖਾਣ ਪਾਉਣ ਨੂੰ ਚੁੱਕਿਆ ਸੀ। ਮੈਂ ਸਮਾਂ ਬਰਬਾਦ ਕੀਤਾ। ਮੈਂ ਸਾਰਾ ਆਸਾ ਮਾਹੌਲ ਅਤੇ ਉਤੇਜਿਤ ਕੰਮ ਕੀਤੇ। ਮੈਂ ਇਸ ਘਰ ਦੇ ਅੰਦਰ ਕੁਝ ਹੋਰ ਮਨ ਭਾਉਂਦੀਆਂ ਚੀਜ਼ਾਂ ਨੂੰ ਵੇਖਿਆ। ਜਲਦੀ ਸੀ, ਮੈਂ ਘੱਟ ਸਮੇਂ ਸੋਚਦਿਆਂ ਬਿਤਾ ਰਿਹਾ ਸੀ ਅਤੇ ਮੈਂ ਮੂਰਖ ਦੇ ਘਰਾਂ ਦੇ ਨਿਰੰਤਰ ਵਿੱਚ ਸੀ। ਬਿਨਾਂ ਅਨੁਸ਼ਾਸਨਿਆਂ ਅਤੇ ਮਸੀਹੀ ਦੋਸਤਾਂ ਦੇ ਮੈਂ ਜਲਦੀ ਚੱਲਿਆ ਅਤੇ ਆਪਣੇ ਖਾਲੀ ਜੀਵਨ ਨੂੰ ਭਰਨ ਲਈ ਬਹੁਤ ਕੁਝ ਹਥਿਆਇਆ ਅਤੇ ਆਪਣੇ ਆਪ ਨੂੰ ਮਗਨ ਰੱਖਿਆ। ਮੈਂ ਇਸ ਤੋਂ ਬਾਅਦ ਹੋਰ ਕੁਝ ਵੀ ਸੋਚਣ ਦੀ ਖੁਆਇਸ਼ ਨਹੀਂ ਰੱਖੀ। ਜਦੋਂ ਮੈਂ ਪੂਰੀ ਤਰ੍ਹਾਂ ਪਹੁੰਚ ਗਿਆ, ਉਸ ਨੇ ਆਖਿਆ, ਇਸ ਘਰ ਦੇ ਵਿੱਚ ਅਤੇ ਮੇਰੇ ਜੀਵਨ ਦੇ ਵਿੱਚ ਇਹ ਸਭ ਭਰ ਚੁੱਕਾ ਸੀ ਅਤੇ ਮੈਂ ਇਸ ਸਭ ਦਾ ਅਨੁਭਵ ਕੀਤਾ ਜੋ ਉਸ ਕੋਲ ਪੇਸ਼ ਕਰਨ ਲਈ ਸੀ। ਮੈਂ ਦੋ ਗੱਲਾਂ ਨੂੰ ਪਛਾਣਿਆ, ਧਿਆਨ ਨਾਲ ਸੁਣੋ। ਸਭ ਤੋਂ ਪਹਿਲੀ ਗੱਲ ਮੈਂ ਇਹ ਪਛਾਣਿਆ ਸੀ, ਪਹਿਲੀ ਗੱਲ, ਮੈਂ ਇਸ ਘਰ ਨੂੰ ਆਪਣੇ ਆਪ ਨੂੰ ਹੋਣ ਨਹੀਂ ਸੀ ਛੱਡ ਸਕਦਾ। ਮੈਂ ਬਾਹਰ ਜਾਣ ਦਾ ਦਰਵਾਜ਼ਾ ਵੇਖਿਆ ਸੀ, ਪਰ ਮੇਰੇ ਜੀਵਨ ਦੇ ਲਈ ਬਾਹਰ ਕੋਈ ਅਸਲ ਕਦਰ ਕੀਮਤ ਨਹੀਂ ਸੀ। ਮੈਂ ਆਸ ਰਹਿਤ ਸੀ। ਦੂਸਰੀ ਗੱਲ, ਮੂਰਖਤਾ ਦਾ ਘਰ, ਇਹ ਪਾਪ ਦਾ ਘਰ ਮਰੇ ਹੋਏ ਮਨੁੱਖਾਂ ਦੇ ਨਾਲ ਭਰਪੂਰ ਸੀ, ਜਿਨ੍ਹਾਂ ਨੂੰ ਕੋਈ ਆਸ ਜਾਂ ਕੋਈ ਸ਼ਕਤੀ ਜਿਨ੍ਹਾਂ ਕੋਲ ਨਾ ਹੋਵੇ। ਮੈਂ ਅਤੇ ਇੱਕ ਉਸ ਪਰਮੇਸ਼ਰ ਦੇ ਬਲ ਬਾਹਰ ਸੁੱਟੇ ਗਏ ਦਾ ਗੁਲਾਮ ਸੀ, ਜਿਸ ਦਾ ਮੈਂ ਦਾਅਵਾ ਕੀਤਾ ਸੀ। ਮੈਂ ਹਰਜ ਕਰਦਾ ਹਾਂ ਕਿ ਜੇਕਰ ਅਸੀਂ ਸਾਰੇ ਇਮਾਨਦਾਰ ਹਾਂ, ਤਦ ਅਸੀਂ ਆਪਣੇ ਜੀਵਨ ਵਿੱਚ ਮਸੀਹੀ ਹੁੰਦੇ ਹੋਇਆਂ ਕਦੇ-ਕਦੇ ਹਾਰ ਦੇ ਪਲਾਂ ਨੂੰ ਮਹਿਸੂਸ ਕੀਤਾ ਹੈ, ਜਿਸ ਤਰ੍ਹਾਂ ਇਸ ਮਨੁੱਖ ਨੇ ਵਰਣਨ ਕੀਤਾ ਸੀ। ਕਿਉਂਕਿ ਆਪ ਗੌਰ ਕਰੋ, ਸ਼ੈਤਾਨ ਹਮੇਸ਼ਾ ਹੀ ਇੱਕ ਅਸਲ ਯੁੱਧ ਆਪਣੇ ਕਬਜ਼ਾ ਕਰਨ, ਕਾਬੂ ਕਰਨ, ਨਿਯੰਤਰਣ ਕਰਨ ਅਤੇ ਪਰਮੇਸ਼ਰ ਦੇ ਲੋਕਾਂ ਦੇ ਮਨਾਂ ਦਾ ਇਸਤੇਮਾਲ ਕਰਨ ਦੇ ਲਈ ਇੱਕ ਅਮਲ ਯੁੱਧ ਖੜਾ ਕਰਨ ਦੇ ਕਾਰੋਬਾਰ ਵਿੱਚ ਲੱਗਾ ਰਹਿੰਦਾ ਹੈ। ਉਸ ਦਾ ਉਦੇਸ਼ ਸਾਡੇ ਮਨਾਂ ਨੂੰ ਗਲਤ ਸਿੱਖਿਆ ਜਾਂ ਜਗਤ ਦੇ ਤੌਰ ਤਰੀਕਿਆਂ ਦੇ ਦੁਆਰਾ ਭ੍ਰਸ਼ਟ ਜਾਂ ਸ਼ਸ਼ੋਪਨ ਵਿੱਚ ਪਾਉਣ ਦੀ ਕੋਸ਼ਿਸ਼ ਕਰਨਾ ਹੁੰਦਾ ਹੈ। ਸਾਨੂੰ ਇਹੋ ਜਿਹੇ ਕੰਮਾਂ ਦੇ ਵਿੱਚ ਲਗਾਉਣ ਦੇ ਲਈ ਤਾਂ ਕਿ ਅਸੀਂ ਪਰਮੇਸ਼ਰ ਅਤੇ ਉਸ ਦੇ ਉਦੇਸ਼ਾਂ ਬਾਰੇ ਸਪਸ਼ਟ ਤੌਰ ਤੇ ਸੋਚਣਾ ਸਾਡੇ ਲਈ ਅਸੰਭਵ ਬਣ ਜਾਵੇ। ਇਸੇ ਕਰਕੇ ਸਾਡੇ ਲਈ ਇਸ ਵਿਖਿਆਨ ਦੇ ਪਿੱਛੇ ਪਾਏ ਜਾਣ ਵਾਲੇ ਅਰਥ ਨੂੰ ਖੋਗਣ ਕਿੰਨਾ ਜ਼ਿਆਦਾ ਮਹੱਤਵਪੂਰਨ ਹੈ, ਤਾਂ ਕਿ ਅਸੀਂ ਵਿਸ਼ਵਾਸੀ ਹੁੰਦੇ ਹੋਇਆਂ ਆਪਣੇ ਮਨ ਨੂੰ ਮੁਕਤੀ ਦੇ ਟੋਪ ਦੇ ਨਾਲ ਸੁਰੱਖਿਅਤ ਰੱਖ ਸਕੀਏ। ਸਾਨੂੰ ਆਪਣੇ ਸਿਰਾਂ ਦੇ ਉੱਤੇ ਮਸੀਹ ਵਿੱਚ ਸਾਡੇ ਮਨ ਦੀ ਸੁਰੱਖਿਆ ਲਈ ਮੁਕਤੀ ਦੇ ਟੋਪ ਨੂੰ ਪਾਉਣਾ ਹੈ। ਹੁਣ ਅਸੀਂ ਪਹਿਲਾਂ ਹੀ ਸਿੱਖ ਚੁੱਕੇ ਹਾਂ ਕਿ ਅਸੀਂ ਜਦੋਂ ਮਸੀਹ ਨੂੰ ਪਹਿਨ ਲੈਂਦੇ ਹਾਂ, ਤਦ ਮਸੀਹ ਵਿੱਚ ਅਸੀਂ ਪੂਰੀ ਤਰ੍ਹਾਂ ਸੁਰੱਖਿਅਤ ਕੀਤੇ ਜਾਂਦੇ ਹਾਂ, ਕਿਉਂਕਿ ਉਹ ਸਾਡੀ ਸੱਚਾਈ ਹੈ ਅਤੇ ਸੱਚਾਈ ਦੇ ਕਮਰ ਕੱਸੇ ਵਜੋਂ ਉਹ ਸਾਡੇ ਲਈ ਸਾਡੀ ਇਮਾਨਦਾਰੀ ਉਪਲਬਧ ਕਰਵਾਉਂਦਾ ਹੈ। ਉਹ ਸਾਡੀ ਧਾਰਮਿਕਤਾ ਹੈ ਅਤੇ ਸਾਡੇ ਦਿਲ ਨੂੰ ਵੈਰੀ ਦੇ ਹਮਲਿਆਂ ਤੋਂ ਬਚਾਉਂਦਾ ਹੈ। ਉਹ ਸਾਡੇ ਜੀਵਨ ਵਿੱਚ ਸ਼ਾਂਤੀ ਹੈ। ਮੇਲ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਇਸ ਯੁੱਧ ਵਿੱਚ ਸਾਨੂੰ ਖੜੇ ਹੋਣ ਪ੍ਰਦਾਨ ਕਰਦੀ ਹੈ। ਉਹ ਸਾਡੀ ਨੇਚਾ ਦੀ ਢਾਲ ਹੈ। ਵਿਸ਼ਵਾਸੀ ਦੀ ਆਸ ਅੱਜ ਅਸੀਂ ਇਹ ਸਿੱਖਦੇ ਹਾਂ ਕਿ ਮਸੀਹ ਵਿੱਚ ਅਸੀਂ ਮਨ ਦੇ ਮੈਦਾਨ ਵਿੱਚ ਵੀ ਫਤਿਹ ਪਾ ਸਕਦੇ ਹਾਂ, ਜਿੱਥੇ ਸ਼ੈਤਾਨ ਆਪਣੇ ਬਹੁਤ ਸਾਰੇ ਯੁੱਧਾਂ ਨੂੰ ਲੜਦਾ ਹੈ। ਹੁਣ ਮਸੀਹ ਟੋਪ ਹੈ, ਅਸੀਂ ਇਹ ਸਮਝਦੇ ਹਾਂ, ਕਿਉਂਕਿ ਮਸੀਹ ਹੀ ਇਸ ਸ਼ਾਸਤਰ ਵਸਤਰ ਦਾ ਅਸਲ ਅੰਗ ਹੈ। ਉਹ ਸੰਜੋ ਹੈ, ਉਹ ਸਾਡੀ ਧਾਰਮਿਕਤਾ ਹੈ, ਉਹ ਸੱਚਾਈ ਦਾ ਕਮਰ ਕੱਸਾ ਹੈ, ਉਹ ਰਾਹ, ਸੱਚਾਈ ਅਤੇ ਜੀਵਨ ਹੈ। ਉਹ ਮੇਲ ਦੀ ਜੁੱਤੀ ਹੈ, ਕਿਉਂਕਿ ਉਹ ਸਾਡਾ ਮੇਲ ਹੈ। ਉਹ ਨੇਚਾ ਦੀ ਢਾਲ ਹੈ, ਕਿਉਂਕਿ ਉਹ ਸਾਡੀ ਨੇਚਾ ਦਾ ਕਰਤਾ ਹੈ। ਸੰਪੂਰਨ ਕਰਨ ਵਾਲਾ ਹੈ। ਉਹ ਮੁਕਤੀ ਦਾ ਟੋਪ ਹੈ। ਸਾਨੂੰ ਪਰਮੇਸ਼ਰ ਦੀ ਬਾਣੀ ਵਿੱਚ ਦੱਸਿਆ ਗਿਆ ਹੈ ਕਿ ਅਸੀਂ ਮਸੀਹ ਦਾ ਮਨ ਅਤੇ ਸੁਭਾਅ ਰੱਖਦੇ ਹਾਂ। ਫਿਲਿੱਪੀਆਂ ਦੀ ਪੱਤਰੀ 2 ਅਧਿਆਇ ਉਸ ਦੀ 5 ਐਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਤੁਹਾਡਾ ਉਹੀ ਸੁਭਾਅ ਹੋਵੇ ਜੋ ਮਸੀਹ ਯਸੂ ਦਾ ਵੀ ਸੀ।
ਉਹ ਟੋਪ ਜੋ ਕਿ ਸਿਰ ਦੇ ਢੱਕਣ ਵਾਸਤੇ ਸਾਨੂੰ ਇਹ ਯਾਦ ਕਰਾਉਂਦਾ ਹੈ ਕਿ ਮਸੀਹ ਚਾਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਉਸ ਦੇ ਨਾਲ, ਉਸ ਦੇ ਉਦੇਸ਼ਾਂ ਦੇ ਨਾਲ, ਉਸ ਦੀਆਂ ਯੋਜਨਾਵਾਂ ਦੇ ਨਾਲ, ਉਸ ਦੇ ਵਿਚਾਰਾਂ ਦੇ ਨਾਲ, ਉਸ ਦੇ ਤੌਰ ਤਰੀਕਿਆਂ ਦੇ ਨਾਲ, ਉਸ ਦੀ ਸੱਚਾਈ ਦੇ ਨਾਲ ਅਤੇ ਉਸ ਦੇ ਪ੍ਰਕਾਸ਼ ਦੇ ਨਾਲ ਆਪਣੇ ਆਪ ਨੂੰ ਲੈਸ ਕਰੀਏ। ਉਸ ਦੇ ਨਾਲ, ਉਸ ਸਭ ਦੇ ਨਾਲ, ਜਿਸ ਦਾ ਅਰਥ ਇਹ ਹੋਵੇ ਕਿ ਅਸੀਂ ਹਮਲਿਆਂ ਦੇ ਕ੍ਰੋਧ ਦੇ ਵਿਚਕਾਰ ਫਤਿਹਬੰਦ ਹੋ ਕੇ ਖੜੇ ਹੋ ਸਕੀਏ। ਜੋ ਵੀ ਹਮਲੇ ਵਿਸ਼ਵਾਸੀ ਦੇ ਵਿਰੁੱਧ ਖੜੇ ਕੀਤੇ ਜਾਂਦੇ ਹਨ, ਮੈਂ ਨਿੱਜੀ ਤੌਰ ਤੇ ਇਹ ਸੋਚਦਾ ਹਾਂ ਕਿ ਇਹ ਯੁੱਧ, ਇਹ ਵਿਸ਼ਵਾਸੀ ਦੇ ਲਈ ਉਹਨਾਂ ਦੇ ਜੀਵਨ ਦੇ ਹੋਰ ਕਿਸੇ ਵੀ ਥਾਂ ਨਾਲੋਂ ਵੱਧ ਕੇ ਉਹਨਾਂ ਦੇ ਮਾਨਸਿਕ ਖੇਤਰ ਦੇ ਵਿੱਚ ਲੜਿਆ ਜਾਂਦਾ ਹੈ। ਸਾਡੇ ਵਿੱਚੋਂ ਜ਼ਿਆਦਾਤਰ ਉਹ ਲੋਕ ਹਨ ਜਿਹੜੇ ਆਪਣੀਆਂ ਭਾਵਨਾਵਾਂ ਨੂੰ ਪਰਮੇਸ਼ਰ ਦੇ ਨਾਲ ਦਰੁਸਤ ਰੱਖਦੇ ਹਨ। ਅਸੀਂ ਪ੍ਰਭੂ ਨੂੰ ਪਿਆਰ ਕਰਦੇ ਹਾਂ ਅਤੇ ਸਾਡੇ ਕੋਲ ਇਸ ਦੇ ਬਾਰੇ ਹੋਰ ਕੋਈ ਸਵਾਲ ਨਹੀਂ ਹੈ। ਪਰ ਜੇਕਰ ਅਸੀਂ ਸੁਚੇਤ ਨਾ ਹੋਈਏ, ਸ਼ੈਤਾਨ ਸੋਚਣ ਦੀ ਵਿਧੀ ਦੇ ਰਾਹੀਂ ਅੰਦਰ ਦਾਖਲ ਹੋ ਸਕਦਾ ਹੈ ਅਤੇ ਸਾਡੇ ਅੰਦਰ ਇੱਕ ਕਿਨਾਰਾ ਖੜਾ ਕਰਨਾ ਆਰੰਭ ਕਰਦਾ ਹੈ, ਜਿੱਥੋਂ ਉਹ ਸਾਡੇ ਜੀਵਨ ਵਿੱਚੋਂ ਹੋਰ ਸਾਰੇ ਖੇਤਰਾਂ ਅੰਦਰ ਆਪਣਾ ਕਾਰਜ ਕਰਨਾ ਆਰੰਭ ਕਰਦਾ ਹੈ। ਅਸਲ ਵਿੱਚ ਮੁਕਤੀ ਦਾ ਟੋਪ ਬਸ ਇਸ ਦੇ ਜਾਣਨ ਨਾਲੋਂ ਬਹੁਤ ਵੱਧ ਕੇ ਕਿ ਆਪ ਇੱਕ ਮਸੀਹੀ ਹੋ। ਕੋਈ ਲੇਖਕ ਜਿਨ੍ਹਾਂ ਨੇ ਵਿਸ਼ਵਾਸੀ ਦੇ ਸ਼ਸਤਰ ਵਸਤਰ ਬਾਰੇ ਲਿਖਿਆ ਹੈ, ਆਖਦੇ ਹਨ ਕਿ ਮੁਕਤੀ ਦਾ ਟੋਪ ਤਾਂ ਬਸ ਆਪ ਦੀ ਮੁਕਤੀ ਦੀ ਨਿਸ਼ਚਿੰਤਾ ਹੈ ਅਤੇ ਨਿਸ਼ਚਿੰਤ ਤੌਰ ਤੇ ਸਾਨੂੰ ਜ਼ਰੂਰ ਜਾਣਨਾ ਪੈਣਾ ਹੈ ਕਿ ਅਸੀਂ ਤਦ ਬਚਾਏ ਜਾਂਦੇ ਹਾਂ ਜੇਕਰ ਅਸੀਂ ਇਸ ਯੁੱਧ ਦੇ ਵਿੱਚ ਫਤਿਹਮੰਦ ਹੋਣਾ ਹੈ। ਪਰ ਮੈਂ ਮੁਕਤੀ ਦੇ ਟੋਪ, ਮੁਕਤੀ ਸ਼ਬਦ ਤੋਂ ਬਹੁਤ ਵੱਧ ਕੇ ਹੈ ਅਤੇ ਇਹ ਮੁਕਤੀ ਦੇ ਸਾਰੇ ਸਮੁੱਚੇ ਖੇਤਰ ਤੋਂ ਪਰੇ ਦੀ ਗੱਲ ਹੈ। ਬੀਤੇ ਹੋਏ ਵਰਤਮਾਨ ਅਤੇ ਭਵਿੱਖ ਤੋਂ ਬਾਅਦ ਵੱਧ ਕੇ ਜਦੋਂ ਅਸੀਂ ਟੋਪ ਨੂੰ ਪਹਿਨਦੇ ਹਾਂ, ਤਦ ਅਸੀਂ ਮੁੱਖ ਤੌਰ ਤੇ ਸੱਚਮੁੱਚ ਆਪਣੇ ਆਪ ਨੂੰ ਪਰਮੇਸ਼ਰ ਦੀ ਬੁੱਧ ਦੇ ਨਾਲ ਲੈਸ ਕਰਦੇ ਹਾਂ, ਜੋ ਕਿ ਯਿਸੂ ਮਸੀਹ ਦੀ ਸ਼ਖਸੀਅਤ ਵਿੱਚ ਵੱਸਦੀ ਹੈ। ਸਾਨੂੰ ਆਪਣੇ ਆਪ ਲਈ ਪਰਮੇਸ਼ਰ ਦੀ ਬੁੱਧ ਨੂੰ ਲੈਣਾ ਪੈਣਾ ਹੈ। ਹੁਣ ਮੈਂ ਚਾਹੁੰਦਾ ਹਾਂ ਕਿ ਅਸੀਂ ਦੋ ਤਰੀਕਿਆਂ ਨਾਲ ਅੱਜ ਇਸ ਬਾਰੇ ਗੌਰ ਕਰੀਏ। ਸਭ ਤੋਂ ਪਹਿਲਾਂ ਮੁਕਤੀ ਦੇ ਟੋਪ ਦੀ ਸਮਝ ਦੇ ਬਾਰੇ ਕੁਝ ਸਮੇਂ ਬਿਤਾਉਣ ਦੀ ਕੋਸ਼ਿਸ਼ ਕਰਨ ਦੇ ਦੁਆਰਾ ਅਤੇ ਫਿਰ ਕੁਝ ਪਲ ਸਮੇਂ ਦੇ ਇਸੇ ਉੱਤੇ ਵਿਚਾਰ ਵਟਾਂਦਰਾ ਕਰਦੇ ਸੀ। ਸਭ ਤੋਂ ਪਹਿਲਾਂ ਇਸ ਨੂੰ ਸਮਝਦਿਆਂ ਹੋਇਆਂ ਮੁਕਤੀ ਦੇ ਟੋਪ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਾਂ। ਨੰਬਰ 1, ਮੁਕਤੀ ਦੇ ਟੋਪ ਨੂੰ ਸਮਝਣਾ। ਪਹਿਲਾ ਕਰੰਥੀਆਂ ਪਹਿਲਾ ਅਧਿਆਇ ਉਸ ਦੀ 25 ਤੋਂ ਲੈ ਕੇ 30 ਐਤਾਂ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਪਰ ਉਹਨਾਂ ਦੇ ਲੇਖੇ ਜਿਹੜੇ ਸੱਦੇ ਹੋਏ ਹਨ, ਭਾਵੇਂ ਯਹੂਦੀ ਭਾਵੇਂ ਯੂਨਾਨੀ, ਮਸੀਹੀ, ਪਰਮੇਸ਼ਰ ਦੀ ਸ਼ਕਤੀ ਅਤੇ ਪਰਮੇਸ਼ਰ ਦਾ ਗਿਆਨ ਹੈ, ਕਿਉਂ ਜੋ ਪਰਮੇਸ਼ਰ ਦੀ ਮੂਰਖਤਾਈ ਮਨੁੱਖਾਂ ਦੇ ਗਿਆਨ ਨਾਲੋਂ ਗਿਆਨਵਾਨ ਹੈ ਅਤੇ ਪਰਮੇਸ਼ਰ ਦੀ ਨਿਰਬਲਤਾਈ ਮਨੁੱਖਾਂ ਦੇ ਬਲ ਨਾਲੋਂ ਬਲਵੰਤ ਹੈ। ਇਹ ਭਰਾਵੋ, ਆਪਣੇ ਸੱਦੇ ਉੱਤੇ ਧਿਆਨ ਕਰੋ। ਭਾਈ ਸਰੀਰ ਦੇ ਅਨੁਸਾਰ ਨਾ ਤਾਂ ਬਹਾਲੇ ਬੁੱਧਵਾਨ, ਨਾ ਬਹਾਲੇ ਬਲਵਾਨ, ਨਾ ਬਹਾਲੇ ਕੁਲੀਨ ਸੱਦੇ ਹੋਏ ਹਨ, ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ਰ ਨੇ ਚੁਣ ਲਿਆ, ਭਾਈ ਬੁੱਧਵਾਨਾਂ ਨੂੰ ਲਜਿਆਵਾਨ ਕਰੇ, ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ਰ ਨੇ ਚੁਣ ਲਿਆ, ਭਾਈ ਬਲਵੰਤਾਂ ਨੂੰ ਲਜਵਾਨ ਕਰੇ, ਅਤੇ ਸੰਸਾਰ ਦੇ ਅਦਨਾ ਅਤੇ ਮਲਹੀਦੜਾਂ ਨੂੰ, ਨਾਲੇ ਉਹਨਾਂ ਨੂੰ ਜਿਹੜੇ ਹਨ ਹੀ ਨਹੀਂ, ਪਰਮੇਸ਼ਰ ਨੇ ਚੁਣ ਲਿਆ, ਭਾਈ ਉਹਨਾਂ ਨੂੰ ਜਿਹੜੇ ਹਨ ਅਕਰਥ ਕਰੇ, ਤਾਂ ਕਿ ਕੋਈ ਵਸ਼ਰ ਪਰਮੇਸ਼ਰ ਦੇ ਅੱਗੇ ਘੁਮੰਡ ਨਾ ਕਰੇ। ਪਰ ਉਸ ਤੋਂ ਤੁਸੀਂ ਮਸੀਹ ਯਿਸੂ ਵਿੱਚ ਹੋ, ਜਿਹੜੇ ਪਰਮੇਸ਼ਰ ਦੀ ਵੱਲੋਂ ਸਾਡੇ ਲਈ ਗਿਆਨ ਅਤੇ ਧਰਮ ਅਤੇ ਪਵਿੱਤਰਤਾਈ ਅਤੇ ਨਿਸਤਾਰਾ ਬਣਾਇਆ ਗਿਆ ਸੀ। ਊੜਾ ਭਾਗ ਇਹ ਯਿਸੂ ਮਸੀਹ ਵਿੱਚ ਵਿਅਕਤ ਕੀਤਾ ਗਿਆ ਹੈ। ਧਿਆਨਪੂਰਵਕ ਗੌਰ ਕਰੋ, ਜੋ ਵਿਧੀ ਇਹਨਾਂ ਵਚਨਾਂ ਦੇ ਵਿੱਚ ਸਾਨੂੰ ਅੱਗੇ ਵੱਧਦੀ ਦਿਖਾਈ ਦਿੰਦੀ ਹੈ। ਯਿਸੂ ਮਸੀਹ ਪਰਮੇਸ਼ਰ ਦੀ ਬੁੱਧ ਹੈ ਅਤੇ ਅਸੀਂ ਯਿਸੂ ਮਸੀਹ ਦੀ ਬੁੱਧ ਹਾਂ। ਇਸ ਵਿੱਚ 3 ਤਰ੍ਹਾਂ ਦੇ ਵਿਚਾਰ ਦਾ ਵਾਧਾ ਪਾਇਆ ਜਾਂਦਾ ਹੈ। ਉਹ ਸਾਡੇ ਲਈ ਪਰਮੇਸ਼ਰ ਦੀ ਬੁੱਧ ਹੈ, ਜਿਵੇਂ ਪਰਮੇਸ਼ਰ ਦੀ ਬੁੱਧ ਯਿਸੂ ਦੇ ਲਈ ਹੈ। ਇਸੇ ਤਰ੍ਹਾਂ ਮਸੀਹ ਨੂੰ ਜਦੋਂ ਅਸੀਂ ਆਪਣੇ ਜੀਵਨ ਵਿੱਚ ਪਾਉਂਦੇ ਹਾਂ ਅਤੇ ਜਿਉਂ-ਜਿਉਂ ਅਸੀਂ ਯਿਸੂ ਮਸੀਹ ਨੂੰ ਪਹਿਨਦੇ ਹਾਂ, ਉਹ ਸਾਡੇ ਲਈ ਸਾਡੀ ਬੁੱਧ ਬਣ ਜਾਂਦਾ ਹੈ। ਇਸ ਤਰ੍ਹਾਂ ਮੁਕਤੀ ਦਾ ਟੋਪ ਯਿਸੂ ਮਸੀਹ ਵਿੱਚ ਵਿਅਕਤ ਕੀਤਾ ਗਿਆ ਹੈ। ਐੜਾ ਭਾਗ ਕਿਸੇ ਪ੍ਰਕਾਰ ਦੀ ਵੀ ਸੇਵਾ ਲਈ ਇਹ ਮੁੱਢਲੀ ਜ਼ਰੂਰਤ ਹੈ। ਮੈਂ ਆਪ ਨੂੰ ਇੱਕ ਹੋਰ ਵਿਚਾਰ ਦੱਸਦਾ ਹਾਂ। ਇਸ ਨੂੰ ਸਮਝਣ ਦੇ ਦੁਆਰਾ ਮੁਕਤੀ ਦਾ ਟੋਪ ਕਿਸੇ ਪ੍ਰਕਾਰ ਦੀ ਵੀ ਸੇਵਾ ਲਈ ਮੁੱਢਲੀ ਜ਼ਰੂਰਤ ਹੈ। ਜਦੋਂ ਅਸੀਂ ਰਿਪਬਲਿਕ ਵਿੱਚ ਸਾਂ, ਜ਼ਿਆਦਾ ਸਮਾਂ ਪਹਿਲਾਂ ਹੀ ਇਹ ਗੱਲ ਸੀ, ਤਦ ਅਸੀਂ ਹਰ ਪਾਸੇ ਸਕੂਟਰਾਂ ਉੱਤੇ ਸਫ਼ਰ ਕਰਦੇ ਸਾਂ। ਮੇਰੀ ਪਤਨੀ ਅਤੇ ਮੇਰੀ ਧੀ, ਅਸੀਂ ਉੱਥੇ ਦਾ ਸਾਰਾ ਇਲਾਕਾ ਸਕੂਟਰਾਂ ਉੱਤੇ ਸਫ਼ਰ ਕਰਦਿਆਂ ਤੈਅ ਕੀਤਾ। ਉਹਨਾਂ ਗੱਲਾਂ ਵਿੱਚੋਂ ਇੱਕ ਜੋ ਮੈਂ ਉੱਥੇ ਸਿੱਖੀ ਸੀ, ਉਹ ਇਹ ਸੀ ਕਿ ਤੁਹਾਨੂੰ ਟੋਪ ਜਾਂ ਹੈਲਮਟ ਨਹੀਂ ਲਗਾਉਣਾ ਪੈਣਾ। ਅਸਲ ਵਿੱਚ ਉੱਥੇ ਦੇ ਇਲਾਕੇ ਵਿੱਚ ਬਹੁਤ ਸਾਰੇ ਮੋਟਰਸਾਈਕਲ ਪਾਏ ਜਾਂਦੇ ਸਨ ਅਤੇ ਸਕੂਟਰ ਵੀ, ਅਤੇ ਉੱਥੋਂ ਦੇ ਉੱਚ ਮਾਰਗਾਂ ਉੱਤੇ ਕਿਸੇ ਵੀ ਮੋਟਰ ਗੱਡੀ ਵਿੱਚ ਚੱਲਣਾ ਬਹੁਤ ਹੀ ਖਤਰਨਾਕ ਹੁੰਦਾ ਹੈ। ਕੋਈ ਵੀ ਹੈਲਮਟ ਨਹੀਂ ਪਹਿਨਦਾ। ਉੱਥੇ ਇਹ ਲੋੜੀਦਾ ਨਹੀਂ, ਨਾ ਹੀ ਲਾਜ਼ਮੀ ਹੈ।
ਮੈਂ ਉੱਥੇ ਦੇ ਇੱਕ ਵਸੀਦੇ ਨਾਲ ਇੱਕ ਰਾਤ ਦੇ ਖਾਣੇ ਦੇ ਦੌਰਾਨ ਗੱਲ ਕਰ ਰਿਹਾ ਸੀ ਅਤੇ ਉਸ ਨੇ ਆਖਿਆ ਇਹ ਕੋਈ ਆਮ ਹੈ ਕਿ ਉੱਥੇ ਦੇ ਸ਼ਹਿਰ ਵਿੱਚੋਂ ਮੋਟਰਸਾਈਕਲਾਂ ਐਕਸੀਡੈਂਟ ਦੇ ਨਾਲ ਇੱਕ ਦਿਨ ਵਿੱਚ 20 ਤੋਂ 25 ਮੌਤਾਂ ਹੁੰਦੀਆਂ ਹਨ। ਜੀ ਹਾਂ, ਮੈਂ ਸਮਝ ਸਕਦਾ ਹਾਂ ਇਸ ਦਾ ਕਾਰਨ ਕੀ ਹੈ। ਹੈਲਮਟ ਉੱਥੇ ਲੋੜੀਦਾ ਹੈ। ਇਹ ਤਾਂ ਇੱਕ ਲੋਕਾਂ ਲਈ ਆਪਣੀ ਇੱਛਾ ਦੇ ਅਨੁਸਾਰ ਪਹਿਨਣਾ ਜਾਣ ਵਾਲਾ ਹੁਕਮ ਹੈ। ਇੱਥੇ ਸਾਡੇ ਮੁਲਕ ਵਿੱਚ ਅਤੇ ਜ਼ਿਆਦਾਤਰ ਹੋਰ ਥਾਵਾਂ ਤੇ ਵੀ ਇਹ ਤਾਂ ਇੱਕ ਲੋੜੀਦੀ ਚੀਜ਼ ਹੈ। ਜਦੋਂ ਵੀ ਆਪ ਕਿਸੇ ਮੋਟਰਸਾਈਕਲ ਦੇ ਉੱਤੇ ਸਵਾਰ ਹੁੰਦੇ ਹੋ ਤਾਂ ਆਪ ਇਸ ਹੈਲਮਟ ਨੂੰ ਪਹਿਨਦੇ ਹੋ। ਮੈਂ ਆਪ ਨੂੰ ਕੁਝ ਦੱਸਣ ਦੀ ਖੁਆਇਸ਼ ਰੱਖਦਾ ਹਾਂ। ਜਦੋਂ ਆਪ ਆਤਮਿਕ ਯੁੱਧ ਵਿੱਚ ਯਿਸੂ ਮਸੀਹ ਦੇ ਇੱਕ ਸੇਵਾਦਾਰ ਵਜੋਂ ਜਾਂਦੇ ਹੋ ਤਦ ਇਹ ਹੈਲਮਟ ਤੁਹਾਡੀ ਆਪਣੀ ਮਰਜ਼ੀ ਉੱਤੇ ਨਹੀਂ ਹੈ, ਆਪ ਨੂੰ ਇਹ ਲਾਜ਼ਮੀ ਪਹਿਨਣਾ ਪੈਣਾ ਹੈ। ਰਸੂਲਾਂ ਦੇ ਕਿਤਾਬ ਦੀ ਪੁਸਤਕ 6 ਅਧਿਆਏ ਵਿੱਚ ਜਦੋਂ ਉਹ ਪਹਿਲੇ ਸੇਵਕਾਂ ਦੀ ਖੋਜ ਕਰ ਰਹੇ ਸਨ ਕਲੀਸਿਆ ਦੇ ਵਿੱਚ ਸੇਵਾ ਕਰਨ ਦੇ ਲਈ, ਤਦ ਉਹਨਾਂ ਦੀਆਂ ਮੁੱਢਲੀਆਂ ਯੋਗਤਾਵਾਂ ਦੇ ਬਾਰੇ ਗੌਰ ਕਰੋ। ਇੱਥੇ 6 ਅਧਿਆਏ ਦੀ 3 ਐਤ ਵਿੱਚ ਇਸ ਤਰ੍ਹਾਂ ਆਖਿਆ ਗਿਆ ਹੈ, ਸੋ ਭਾਈਓ ਆਪਣੇ ਵਿੱਚੋਂ 7 ਨੇਕ ਨਾਮ ਆਦਮੀਆਂ ਨੂੰ ਜਿਹੜੇ ਆਤਮਾ ਤੇ ਬੁੱਧ ਨਾਲ ਭਰਪੂਰ ਹੋਣ ਚੁਣ ਲਵੋ। ਭਾਈ ਅਸੀਂ ਉਹਨਾਂ ਨੂੰ ਇਸ ਕੰਮ ਉੱਤੇ ਠਹਿਰਾਈਏ। ਬੁੱਧ ਸੇਵਾ ਵਿੱਚ ਜਾਣ ਲਈ ਮੁੱਢਲੀ ਜ਼ਰੂਰਤ ਹੈ। ਜ਼ਰੂਰੀ ਹੈ ਕਿ ਆਪ ਟੋਪ ਨੂੰ ਜਾਂ ਹੈਲਮਟ ਨੂੰ ਲਗਾਓ ਜੇਕਰ ਆਪ ਯਿਸੂ ਮਸੀਹ ਦੀ ਸੇਵਾ ਕਰਨ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ। ਭਾਗ ਈੜੀ ਇਹ ਆਪ ਦੇ ਜੀਵਨ ਵਿੱਚ ਪਰਮੇਸ਼ਰ ਦੀ ਸਾਮਰਥ ਹੈ। ਤੀਸਰੀ ਗੱਲ ਜੋ ਟੋਪ ਹੈ ਇਹ ਆਪ ਦੇ ਜੀਵਨ ਵਿੱਚ ਪਰਮੇਸ਼ਰ ਦੀ ਸਾਮਰਥ ਹੈ। ਜੇਕਰ ਆਪ ਕੋਲ ਹੈਲਮਟ ਨਹੀਂ ਤਦ ਆਪ ਕੋਲ ਸਾਮਰਥ ਨਹੀਂ ਹੈ। ਪਾਲੂਸ ਨੇ ਕਰੰਥੀਆਂ ਨੂੰ ਲਿਖਦੇ ਵਕਤ ਪਹਿਲੀ ਕਰੰਥੀਆਂ ਦੀ ਪੱਤਰੀ ਉਸ ਦੇ ਦੂਸਰੇ ਅਧਿਆਏ ਉਸ ਦੀਆਂ 3 ਤੋਂ 5 ਐਤਾਂ ਦੇ ਵਚਨਾਂ ਵਿੱਚ ਇਸ ਤਰ੍ਹਾਂ ਲਿਖਿਆ ਸੀ। ਉਸ ਨੇ ਆਖਿਆ ਅਤੇ ਮੈਂ ਦੁਰਬਲਤਾਈਆਂ ਅਤੇ ਭੈ ਅਤੇ ਵੱਡੇ ਕਾਂਬੇ ਨਾਲ ਤੁਹਾਡੇ ਕੋਲ ਰਹਿੰਦਾ ਸਾਂ ਅਤੇ ਮੇਰੇ ਵਚਨ ਅਤੇ ਮੇਰਾ ਪ੍ਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ ਅਤੇ ਸਾਮਰਥ ਦੇ ਪ੍ਰਣਾਮ ਨਾਲ ਸੀ, ਤਾਂ ਜੋ ਤੁਹਾਡੀ ਨੇਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ਰ ਦੀ ਸਾਮਰਥ ਉੱਤੇ ਠਹਿਰੇ। ਪਾਲੂਸ ਨੇ ਆਖਿਆ ਕਿ ਮੈਂ ਤੁਹਾਡੇ ਕੋਲ ਆਪਣੇ ਹੀ ਤੌਰ ਤਰੀਕਿਆਂ ਦੇ ਨਾਲ ਅਤੇ ਆਪਣੀ ਖੁਦ ਦੀ ਸੋਚ ਅਤੇ ਆਪਣੇ ਖੁਦ ਦੇ ਪ੍ਰੋਗਰਾਮ ਅਤੇ ਆਪਣੀ ਖੁਦ ਦੀਆਂ ਵਿਧੀਆਂ ਨਾਲ ਨਹੀਂ ਸੀ ਆਇਆ। ਮੈਂ ਤਾਂ ਤੁਹਾਡੇ ਕੋਲ ਟੋਪ ਦੇ ਨਾਲ ਲੈਸ ਹੋ ਕੇ ਆਇਆ ਸੀ ਜੋ ਕਿ ਮਨ ਦੀ ਸੁਰੱਖਿਆ ਹੈ ਅਤੇ ਪਰਮੇਸ਼ਰ ਦੀ ਬੁੱਧ ਦਾ ਦ੍ਰਿਸ਼ਟਾਂਤ ਅਤੇ ਉਸ ਦੀ ਸ਼ਖਸੀਅਤ ਹੈ ਅਤੇ ਪਰਮੇਸ਼ਰ ਦੀ ਸਾਮਰਥ ਵਿੱਚ ਹੋ ਕੇ ਆਇਆ ਸੀ। ਸੱਸਾ ਭਾਗ ਇਹ ਪਰਮੇਸ਼ਰ ਦੇ ਵਚਨ ਨੂੰ ਪੜ੍ਹਨ ਦੇ ਦੁਆਰਾ ਪੈਦਾ ਕੀਤੀ ਜਾਂਦੀ ਹੈ। ਚੌਥੀ ਗੱਲ ਜੋ ਸਾਨੂੰ ਟੋਪ ਦੇ ਬਾਰੇ ਸਮਝਣ ਦੀ ਜ਼ਰੂਰਤ ਹੈ ਉਹ ਇਹ ਹੈ ਕਿ ਇਹ ਹੈਲਮਟ ਪਰਮੇਸ਼ਰ ਦੀ ਬਾਣੀ ਨੂੰ ਪੜ੍ਹਨ ਦੇ ਦੁਆਰਾ ਪੈਦਾ ਕੀਤਾ ਜਾਂਦਾ ਹੈ। ਅਸੀਂ ਪਰਮੇਸ਼ਰ ਦੀ ਬੁੱਧ ਨੂੰ ਆਪਣੇ ਜੀਵਨਾਂ ਵਿੱਚ ਮਸੀਹ ਦੇ ਰਾਹੀਂ ਕਿਵੇਂ ਪ੍ਰਾਪਤ ਕਰਦੇ ਹਾਂ। ਬਾਈਬਲ ਬਾਣੀ ਨੂੰ ਪੜ੍ਹਨ ਦੇ ਰਾਹੀਂ ਇਹ ਇੱਕ ਤਰੀਕਾ ਹੈ। ਆਪਣੇ ਜੀਵਨਾਂ ਵਿੱਚ ਮਸੀਹ ਦੇ ਰਾਹੀਂ ਕਿਵੇਂ ਪ੍ਰਾਪਤ ਕਰਦੇ ਹਾਂ। ਬਾਈਬਲ ਬਾਣੀ ਨੂੰ ਪੜ੍ਹਨ ਦੇ ਰਾਹੀਂ ਇਹ ਇੱਕ ਤਰੀਕਾ ਹੈ। ਪਾਲੂਸ ਨੇ ਤਿਮੋਥੀਅਸ ਨੂੰ ਲਿਖਿਆ ਅਤੇ ਤਿਮੋਥੀਅਸ ਨੂੰ ਯਾਦ ਕਰਾਇਆ ਕਿ ਉਹ ਕਿਸ ਤਰ੍ਹਾਂ ਬੁੱਧੀਮਾਨ ਬਣਿਆ ਸੀ। ਉਸ ਨੇ ਦੂਸਰਾ ਤਿਮੋਥੀਅਸ 3 ਅਧਿਆਏ ਦੀ 15 ਐਤ ਵਿੱਚ ਇਸ ਤਰ੍ਹਾਂ ਆਖਿਆ ਸੀ, ਅਤੇ ਇਹ ਜੋ ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈ ਜਿਹੜੀਆਂ ਉਸ ਨੇ ਨੇਚਾ ਦੇ ਰਾਹੀਂ ਜੋ ਮਸੀਹ ਯਸੂ ਤੇ ਹੈ ਤੈਨੂੰ ਮੁਕਤੀ ਦੇ ਗਿਆਨ ਦੇ ਸਕਦੀਆਂ ਹਨ। ਤਿਮੋਥੀਅਸ ਕਿਵੇਂ ਬੁੱਧੀਮਾਨ ਬਣਿਆ ਸੀ, ਉਹ ਕਿਵੇਂ ਲੈਸ ਹੋਇਆ ਸੀ। ਉਹ ਬਾਈਬਲ ਦੀਆਂ ਲਿਖਤਾਂ ਦੇ ਦੁਆਰਾ ਲੈਸ ਹੋਇਆ ਸੀ। ਮਨੁੱਖੋ ਅਤੇ ਔਰਤੋਂ ਸਾਡੇ ਲਈ ਇਹ ਸਮਾਂ ਆਪਣੇ ਆਪ ਨੂੰ ਜਾਚਣ ਦਾ ਹੈ ਅਤੇ ਆਪਣੀਆਂ ਖੁਦ ਦੀਆਂ ਨਿੱਜੀਆਂ ਆਦਤਾਂ ਨੂੰ ਜਾਚਣ ਦਾ ਹੈ ਅਤੇ ਇਹ ਸਮਝਣ ਦਾ ਕਿ ਅਸੀਂ ਕਦੇ ਵੀ ਪਰਮੇਸ਼ਰ ਦੀ ਬੁੱਧ ਨੂੰ ਨਹੀਂ ਪਹੁੰਚ ਜਾ ਰਹੇ ਹਾਂ ਜੇਕਰ ਅਸੀਂ ਆਪਣਾ ਸਮਾਂ ਪਰਮੇਸ਼ਰ ਦੀ ਬਾਣੀ ਨੂੰ ਪੜ੍ਹਨ ਵਿੱਚ ਨਹੀਂ ਲਗਾਉਂਦੇ, ਜੋ ਕਿ ਪਰਮੇਸ਼ਰ ਦੀ ਸੱਚਾਈ ਸਾਡੇ ਲਾਭ ਲਈ ਉਕਾਰੀ ਹੋਈ ਹੈ। ਅਸੀਂ ਪਰਮੇਸ਼ਰ ਦੀ ਬੁੱਧ ਨੂੰ ਕਿਵੇਂ ਕਿਸੇ ਪ੍ਰਮਾਣਿਕਤਾ ਵਿਧੀ ਦੇ ਦੁਆਰਾ ਨਹੀਂ ਪਾਉਂਦੇ, ਇਹ ਤਾਂ ਅਧਿਐਨ ਕਰਨ ਦੀ ਵਿਧੀ ਦੇ ਦੁਆਰਾ ਹੀ ਆਉਂਦੀ ਹੈ। ਹਾਹਾ ਭਾਗ ਇਹ ਪ੍ਰਾਰਥਨਾ ਦੇ ਦੁਆਰਾ ਸੰਭਵ ਹੈ। ਆਖਰੀ ਗੱਲ ਜੋ ਕਿ ਅਸੀਂ ਮੁਕਤੀ ਦੇ ਟੋਪ ਬਾਰੇ ਜਾਣਦੇ ਹਾਂ ਜੋ ਕਿ ਅਸੀਂ ਮਸੀਹ ਜੀਵਨ ਵਿੱਚ ਪਰਮੇਸ਼ਰ ਦੀ ਬੁੱਧ ਹੈ, ਉਹ ਇਹ ਹੈ ਕਿ ਇਹ ਪ੍ਰਾਰਥਨਾ ਦੇ ਰਾਹੀਂ ਸੰਭਵ ਹੈ। ਮੈਂ ਟੋਪ ਕਿਵੇਂ ਪ੍ਰਾਪਤ ਕਰਦਾ ਹਾਂ, ਮੈਨੂੰ ਪਰਮੇਸ਼ਰ ਕੋਲੋਂ ਇਹ ਮੰਗਣਾ ਪੈਣਾ ਹੈ। ਬਾਈਬਲ ਦੇ ਬਚਨ ਯਾਕੂਬ ਦੀ ਪੱਤਰੀ ਦੇ 1 ਅਧਿਆਏ ਵਿੱਚ ਇਸ ਤਰ੍ਹਾਂ ਆਖਦੇ ਹਨ, ਜੇਕਰ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜਿਸ ਨੂੰ ਬੁੱਧ ਦਾ ਘਾਟਾ ਹੋਵੇ, ਉਹ ਪਰਮੇਸ਼ਰ ਕੋਲੋਂ ਮੰਗੇ ਜੋ ਸਾਰੇ ਮਨੁੱਖਾਂ ਨੂੰ ਖੁੱਲ੍ਹ ਦਿਲ ਨਾਲ ਦਿੰਦਾ ਹੈ ਅਤੇ ਉਲਾਂਭਾ ਨਹੀਂ ਦਿੰਦਾ ਅਤੇ ਉਸ ਨੂੰ ਇਹ ਦਿੱਤੀ ਜਾਵੇਗੀ। ਇਸ ਤਰ੍ਹਾਂ ਇੱਕ ਗੱਲ ਮੈਂ ਆਪ ਦੇ ਲਈ ਤਰਜੀਹ ਕਰਨੀ ਚਾਹੁੰਦਾ ਹਾਂ ਕਿ ਇਹ ਮੁਕਤੀ ਦਾ ਟੋਪ ਜੋ ਕਿ ਵਿਸ਼ਵਾਸੀ ਦੇ ਮਨ ਦਾ ਕੇਂਦਰ ਹੈ ਜਾਂ ਉਸ ਦਾ ਪ੍ਰਤੀਨਿਧਤਾ ਹੈ ਅਤੇ ਉਸ ਦੀ ਸੁਰੱਖਿਆ ਹੈ, ਉਹ ਮਸੀਹ ਵਿੱਚ ਪਰਮੇਸ਼ਰ ਦੀ ਨੇਚਾ ਹੈ ਅਤੇ ਇਹ ਹਰ ਇੱਕ ਵਿਸ਼ਵਾਸੀ ਲਈ ਉਪਲਬਧ ਹੈ। ਇਹ ਹਰੇਕ ਲਈ ਮੁੱਢਲੀ ਯੋਗਤਾ ਹੈ ਜੋ ਕਿ ਸੇਵਾ ਲਈ ਜਾਵੇਗਾ।
ਇਹ ਪ੍ਰਾਰਥਨਾ ਅਤੇ ਪਰਮੇਸ਼ਰ ਦੀ ਬਾਣੀ ਨੂੰ ਪੜ੍ਹਨ ਦੇ ਰਾਹੀਂ ਆਪਣੇ ਆਪ ਨੂੰ ਯਿਸੂ ਮਸੀਹ ਦੇ ਨਾਲ ਸੰਬੰਧਿਤ ਸਚਾਈ ਦੇ ਨਾਲ ਲੈਸ ਕਰਨ ਦੇ ਨਾਲ ਸੰਭਵ ਹੈ। ਨੰਬਰ 2, ਮੁਕਤੀ ਦੇ ਟੋਪ ਦੀ ਵਰਤੋਂ ਦੇ 2 ਲਾਭ। ਹੁਣ ਇਹੋ ਹੀ ਹੈ ਜੋ ਮੈਂ ਚਾਹੁੰਦਾ ਹਾਂ ਕਿ ਆਪ ਮੁਕਤੀ ਦੇ ਟੋਪ ਦੇ ਬਾਰੇ ਸਮਝ ਲਵੋ। ਪਰ ਅੱਜ ਦੇ ਸੰਦੇਸ਼ ਦੀ ਮੁੱਖ ਗੱਲ ਮੁਕਤੀ ਦੇ ਟੋਪ ਦਾ ਇਸਤੇਮਾਲ ਹੈ। ਪੜ੍ਹਨ ਦੇ ਰਾਹੀਂ ਆਪਣੇ ਆਪ ਨੂੰ ਯਿਸੂ ਮਸੀਹ ਦੇ ਨਾਲ ਸੰਬੰਧਿਤ ਸਚਾਈ ਦੇ ਨਾਲ ਲੈਸ ਕਰਨ ਦੇ ਨਾਲ ਸੰਭਵ ਹੈ। ਨੰਬਰ 2, ਮੁਕਤੀ ਦੇ ਟੋਪ ਦੀ ਵਰਤੋਂ ਦੇ 2 ਲਾਭ। ਹੁਣ ਇਹੋ ਹੀ ਹੈ, ਅਸੀਂ ਮਸੀਹ ਹੁੰਦੇ ਹੋਇਆਂ ਸਾਨੂੰ ਮਾਨਸਿਕ ਖੇਤਰ ਵਿੱਚ ਆਪਣੇ ਆਪ ਨੂੰ ਤਿਆਰ ਕਰਨ ਦੀ ਇੰਨੀ ਜ਼ਰੂਰਤ ਕਿਉਂ ਹੈ? ਆਪ ਜਾਣਦੇ ਹੋ ਕਿ ਮੈਂ ਇੱਕ ਇਹੋ ਜਿਹੇ ਸਮਾਜ ਦੇ ਵਿੱਚ ਵੱਡਾ ਹੋਇਆ ਹਾਂ ਜਦੋਂ ਕਿ ਰੂੜਵਾਦੀ ਅਦਾਰਿਆਂ ਵਿੱਚ ਇਹ ਸੋਚਿਆ ਜਾਂਦਾ ਸੀ ਕਿ ਅਣਜਾਣ ਹੋਣਾ ਆਤਮਿਕ ਦਾ ਕਰੀਬ-ਕਰੀਬ ਇੱਕ ਚਿੰਨ੍ਹ ਹੈ। ਅਸਲ ਵਿੱਚ ਬਹੁਤ ਸਾਰੀਆਂ ਕਲੀਸਿਆਵਾਂ ਜੋ ਸਾਡੇ ਮੁਲਕ ਵਿੱਚ ਹੁਣ ਪ੍ਰਭਾਵਸ਼ਾਲੀ ਕਲੀਸਿਆਵਾਂ ਹਨ, ਉਹ ਕਲੀਸਿਆਵਾਂ ਹਨ ਜਿਨ੍ਹਾਂ ਨੇ ਇਸ ਸੋਚ ਤੋਂ ਇੱਕ ਸਹਿਦ ਲੈ ਲਈ ਹੈ ਕਿ ਸਮੁੱਚੀ ਵਿਚਾਰਧਾਰਾ ਤੋਂ ਅਤੇ ਉਹਨਾਂ ਨੇ ਮਸੀਹ ਨੇਚਾ ਦੇ ਲਈ ਇੱਕ ਸੂਝ-ਬੂਝ ਵਾਲਾ ਆਧਾਰ ਸਥਾਪਿਤ ਕਰ ਲਿਆ ਹੈ। ਦਲੀਲਾਂ ਦਾ ਸਮੁੱਚਾ ਢਾਂਚਾ ਜੋ ਕਿ ਨੇਚਾ ਦਾ ਪੱਖ ਲੈਂਦਾ ਹੈ, ਪੜ੍ਹਨ ਦੇ ਰਾਹੀਂ ਆਪਣੇ ਆਪ ਨੂੰ ਯਿਸੂ ਮਸੀਹ ਦੇ ਨਾਲ ਸੰਬੰਧਿਤ ਸਚਾਈ ਦੇ ਨਾਲ ਲੈਸ ਕਰਨ ਦੇ ਨਾਲ ਸੰਭਵ ਹੈ। ਹੁਣ ਇਹੋ ਹੀ ਹੈ ਅਤੇ ਸਮੁੱਚੀ ਸਿਖਲਾਈ ਅਤੇ ਸਿੱਖਿਆ ਦਾ ਢਾਂਚਾ ਅਤੇ ਮਸੀਹ ਸਿੱਖਿਆ ਨੂੰ ਇੱਕ ਉੱਚ ਪੱਧਰ ਤੱਕ ਚੁੱਕਣਾ ਉਹ ਇਸ ਗੱਲ ਪਛਾਣ ਦੇ ਨਤੀਜੇ ਵਜੋਂ ਆਇਆ ਹੈ ਕਿ ਵਿਸ਼ਵਾਸੀ ਨੂੰ ਇਸ ਤੋਂ ਪਹਿਲਾਂ ਸ਼ੈਤਾਨ ਦੇ ਨਾਲ ਸਮੁੱਚੇ ਮਾਨਸਿਕ ਖੇਤਰ ਵਿੱਚ ਲੜਨ ਲਈ ਬਿਨਾਂ ਪੂਰੀ ਤਰ੍ਹਾਂ ਲੈਸ ਕੀਤਿਆਂ ਜਗਤ ਵਿੱਚ ਭੇਜਿਆ ਜਾਂਦਾ ਸੀ। ਉਹਨਾਂ ਕਾਰਨਾਂ ਵਿੱਚੋਂ ਇੱਕ ਜਿਨ੍ਹਾਂ ਕਰਕੇ ਇੱਕ ਕਲੀਸਿਆ ਨੇ ਬਲੀਦਾਨ ਦਿੱਤਾ ਤੇ ਆਪਣੇ ਆਪ ਨੂੰ ਸਿਖਾਇਆ ਦੇ ਪ੍ਰਤੀ ਸਮਰਪਿਤ ਕੀਤਾ, ਤੇ ਉਹ ਇਹ ਹੈ ਸੋਚ ਕਿ ਕਈ ਢੰਗਾਂ ਨਾਲ ਇੱਥੇ ਹੀ ਹੈ ਜਿੱਥੋਂ ਕਿ ਯੁੱਧ ਜਿੱਤਿਆ ਜਾ ਰਿਹਾ ਹੈ। ਅਸੀਂ ਪਿਛੋਕੜ ਵਿੱਚ ਯੁੱਧ ਨਹੀਂ ਹਨ ਜਾ ਰਹੇ, ਅਸੀਂ ਯੁੱਧ ਨੂੰ ਯੁੱਧ ਦੀ ਅਗਲੀ ਕਤਾਰ ਵਿੱਚ ਹੀ ਹਨ ਜਾ ਰਹੇ ਹਾਂ। ਵਿਚਾਰ ਜਾਂ ਖਿਆਲ ਦੀ ਸ਼ਕਤੀ ਨੂੰ ਜਗਤ ਨੂੰ ਬਦਲ ਦੇਵੇਗੀ। ਇਹ ਤਾਂ ਇੱਕ ਖਿਆਲ ਦੀ ਸਾਮਰਥੀ ਹੈ ਜਿਸ ਨੇ ਸਮਾਵਾਦ ਨੂੰ ਹੋਂਦ ਵਿੱਚ ਲਿਆਂਦਾ ਸੀ। ਪੜ੍ਹਨ ਦੇ ਰਾਹੀਂ ਆਪਣੇ ਆਪ ਨੂੰ ਯਿਸੂ ਮਸੀਹ ਦੇ ਨਾਲ ਸੰਬੰਧਿਤ ਸਚਾਈ ਦੇ ਨਾਲ ਲੈਸ ਕਰਨ ਦੇ ਨਾਲ ਸੰਭਵ ਹੈ। ਨੰਬਰ 2, ਮੁਕਤੀ ਦੇ ਟੋਪ ਦੀ ਵਰਤੋਂ ਦੇ 2 ਲਾਭ। ਹੁਣ ਇਹੋ ਹੀ ਹੈ, ਇਹ ਤਾਂ ਇੱਕ ਖਿਆਲ ਦੀ ਸ਼ਕਤੀ ਹੈ ਜਿਸ ਨੇ ਇਤਿਹਾਸ ਵਿੱਚ ਕੁਝ ਮਹਾਨ ਦ੍ਰਿਸ਼ਟਾਂਤਾਂ ਨੂੰ ਜਨਮ ਦਿੱਤਾ ਸੀ ਜਿਨ੍ਹਾਂ ਨੇ ਮਨੁੱਖੀ ਸਰੀਰ ਨੂੰ ਦੂਸ਼ਿਤ ਅਤੇ ਨਾਸ਼ ਕੀਤਾ। ਇਹ ਤਾਂ ਇੱਕ ਖਿਆਲ ਦੀ ਸ਼ਕਤੀ ਹੈ ਜਿਸ ਨੇ ਹਿਟਲਰ ਅਤੇ ਚਾਰਲਸ ਅਤੇ ਈਸਾ ਵਰਗੇ ਹੋਰ ਸਾਰੇ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਇਆ। ਉਸ ਖਿਆਲ ਨੇ ਉਹਨਾਂ ਨੂੰ ਇਸ ਤਰ੍ਹਾਂ ਸਾਮਰਥ ਦਿੱਤੀ ਕਿ ਇਸ ਨੇ ਉਹਨਾਂ ਦੀ ਸ਼ੀਤ ਜ਼ਬਾਨ ਉੱਤੇ ਆਪਣਾ ਨਿਰੰਤਰ ਬਣਾ ਲਿਆ ਸੀ। ਅਸੀਂ ਕਦੇ ਵੀ ਇਸ ਤੋਂ ਪਹਿਲਾਂ ਕਿਸੇ ਇਹੋ ਜਿਹੇ ਸਥਾਨ ਵਿੱਚ ਨਹੀਂ ਪਾਏ ਗਏ ਹਾਂ ਜਿੱਥੇ ਕਿ ਅਸੀਂ ਅੱਜ ਹਾਂ, ਜਦੋਂ ਕਿ ਮਨੁੱਖ ਅਤੇ ਔਰਤਾਂ ਦੀ ਸਾਨੂੰ ਲੋੜ ਹੈ ਜੋ ਕਿ ਆਪਣੇ ਮਨਾਂ ਦੇ ਵਿੱਚ ਆਤਮਿਕ ਯੁੱਧ ਲੜਨ ਲਈ ਲੈਸ ਕੀਤੇ ਗਏ ਹੋਣ, ਕਿਉਂਕਿ ਉਹੀ ਉਹ ਸਥਾਨ ਹੈ ਜਿੱਥੇ ਕਿ ਯੁੱਧ ਨੂੰ ਜਿੱਤਿਆ ਜਾ ਸਕਦਾ ਹੈ। ਜਦੋਂ ਅਸੀਂ ਇਸ ਸਿੱਖਿਆ ਨਾਲ ਸੰਬੰਧਿਤ ਸਿੱਖਿਆ ਦੇ ਵਿੱਚ ਸਖਤ ਮਿਹਨਤ ਕਰ ਰਹੇ ਹਾਂ, ਸਾਡੀ ਪ੍ਰਾਰਥਨਾ ਹੈ ਕਿ ਪਰਮੇਸ਼ਰ ਨੌਜਵਾਨ ਲੋਕਾਂ ਨੂੰ ਤਿਆਰ ਕਰੇ ਜੋ ਕਿ ਲੈਸ ਕੀਤੇ ਗਏ ਹੋਣ ਅਤੇ ਉਹ ਬਾਹਰ ਜਾਣ ਲਈ ਅਤੇ ਇਸ ਖੇਤਰ ਵਿੱਚ ਲੜਨ ਦੇ ਲਈ ਤਿਆਰ ਹੋਣ ਅਤੇ ਪਰਮੇਸ਼ਰ ਲਈ ਚੈਂਪੀਅਨ ਬਣਨ ਅਤੇ ਘਮੰਡੀ ਨਾ ਹੋਣ ਕਿ ਉਹ ਕੁਝ ਜਾਣਦੇ ਹਨ, ਬਲਕਿ ਉਹ ਪੱਕਾ ਇਰਾਦਾ ਰੱਖਦੇ ਹੋਣ ਕਿ ਉਹ ਯਿਸੂ ਮਸੀਹ ਦੀ ਖੁਸ਼ਖਬਰੀ ਦੇ ਅਨੁਸ਼ਾਸਨਾਂ ਦੇ ਵਿੱਚ ਪੂਰੀ ਤਰ੍ਹਾਂ ਲੈਸ ਕੀਤੇ ਗਏ ਹੋਣ, ਜਿਸ ਤਰ੍ਹਾਂ ਕਿ ਇੱਕ ਮਹਾਨ ਵਿਗਿਆਨੀ ਆਪਣੇ ਅਨੁਸ਼ਾਸਨ ਦੇ ਵਿੱਚ ਪੂਰੀ ਤਰ੍ਹਾਂ ਲੈਸ ਕੀਤਾ ਗਿਆ ਹੁੰਦਾ ਹੈ। ਇਹ ਸਭ ਦਾ ਕਾਰਨ ਸਾਡੇ ਲਈ ਸਪਸ਼ਟ ਹੋਣਾ ਚਾਹੀਦਾ ਹੈ, ਪਰ ਇੱਥੇ 2 ਕਾਰਨਾਂ ਦੀ ਮੈਂ ਆਪ ਨੂੰ ਤਜਵੀਜ਼ ਦੇਵਾਂ ਅਤੇ 2 ਮੁਕਤੀ ਦੇ ਟੋਪ ਦੇ ਲਾਂਭਾਂ ਦੇ ਬਾਰੇ ਵੀ। ਊੜਾ ਭਾਗ ਇਸ ਹਿੰਸਕ ਜਗਤ ਵਿੱਚ ਆਪਣੇ ਆਪ ਦਾ ਬਚਾਓ ਕਰਨਾ। ਮੁਕਤੀ ਦਾ ਟੋਪ ਜ਼ਰੂਰੀ ਹੈ ਜੇਕਰ ਅਸੀਂ ਆਪਣੇ ਆਪ ਨੂੰ ਇਸ ਹਿੰਸਕ ਜਗਤ ਦੇ ਸਾਹਮਣੇ ਬਚਾ ਕੇ ਰੱਖਣਾ ਹੈ। ਇਸ ਉੱਤੇ ਵਿਸ਼ਵਾਸ ਕਰੋ ਜਦੋਂ ਮੈਂ ਆਪ ਨੂੰ ਇਹ ਆਖਦਾ ਹਾਂ ਕਿ ਮਸੀਹ ਦਾ ਮਨ ਇਸ ਜਗਤ ਦਾ ਮਨ ਨਹੀਂ ਹੈ। ਮਸੀਹ ਦਾ ਸੁਭਾਅ ਇਸ ਜਗਤ ਦਾ ਸੁਭਾਅ ਦੇ ਉਲਟ ਹੈ। ਇਹ ਜਗਤ ਉਸ ਦੇ ਵੱਲ ਹਿੰਸਕ ਹੈ ਜੋ ਅਸੀਂ ਸੋਚਦੇ ਹਾਂ ਅਤੇ ਜੋ ਅਸੀਂ ਵਿਸ਼ਵਾਸ ਕਰਦੇ ਹਾਂ ਜਦੋਂ ਅਸੀਂ ਯਿਸੂ ਦੇ ਪਿੱਛੇ ਚੱਲਦੇ ਹਾਂ। ਕੋਈ ਵੀ ਅਜਿਹਾ ਸਥਾਨ ਨਹੀਂ ਹੈ ਜਿੱਥੇ ਇਹ ਜ਼ਿਆਦਾ ਸਪਸ਼ਟ ਹੋਵੇ ਉਸ ਨਾਲੋਂ ਜੋ ਕਿ ਕਲੀਸਿਆ ਦੇ ਆਰੰਭਿਕ ਦਿਨਾਂ ਵਿੱਚ ਸੀ, ਜਦੋਂ ਕਿ ਰਸੂਲ ਸਾਡੇ ਪ੍ਰਭੂ ਦੀ ਖੁਸ਼ਖਬਰੀ ਲਈ ਸੁਣਾਉਣ ਦੇ ਲਈ ਬਾਹਰ ਗਏ ਸਨ। ਮੈਂ ਅਕਸਰ ਉਸ ਬਾਈਬਲ ਬਾਣੀ ਦੇ ਭਾਗ ਨੂੰ ਸੁਣ ਚੁੱਕਾ ਹਾਂ
ਜਿਸ ਦੀ ਗਲਤ ਵਿਆਖਿਆ ਅਕਸਰ ਸੁਣੀ ਜਾ ਚੁੱਕੀ ਹੈ। ਮੈਂ ਇਸ ਭਾਗ ਨੂੰ ਤੁਹਾਡੇ ਲਈ ਪੜ੍ਹਨ ਵਾਲਾ ਹਾਂ। ਪਰ ਯਿਸੂ ਨੇ ਇਹ ਉਸ ਦੇ ਚੇਲਿਆਂ ਨੂੰ ਮੱਤੀ ਦੀ ਅੰਜੀਲ ਦੇ 10ਵੇਂ ਅਧਿਆਏ ਉਸ ਦੀ 18 ਤੋਂ 20 ਐਤ ਵਿੱਚ ਇਸ ਤਰ੍ਹਾਂ ਆਖਿਆ ਸੀ, ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਹਾਜ਼ਰ ਕੀਤੇ ਜਾਓਗੇ, ਜੋ ਉਹਨਾਂ ਉੱਤੇ ਔਰ ਪਰਾਈਆਂ ਕੌਮਾਂ ਉੱਤੇ ਸਾਖੀ ਹੋਵੋ। ਪਰ ਜਦੋਂ ਉਹ ਤੁਹਾਨੂੰ ਫੜਾਉਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕੀ ਕਰ ਜਾਂ ਕੀ ਬੋਲਾਂਗੇ, ਕਿਉਂਕਿ ਜਿਹੜੀ ਗੱਲ ਤੁਸੀਂ ਬੋਲਣੀ ਹੈ ਉਹ ਤੁਹਾਨੂੰ ਉਸੇ ਘੜੀ ਬਖਸ਼ੀ ਜਾਵੇਗੀ। ਦੋਸਤੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੇ। ਅੱਜ ਅਸੀਂ ਆਪਣੇ ਅਧਿਐਨ ਪ੍ਰੋਗਰਾਮ ਦੇ ਵਿੱਚ ਮੁਕਤੀ ਦੇ ਟੋਪ ਬਾਰੇ ਚਰਚਾ ਕਰ ਰਹੇ ਸੀ। ਅਫਸੀਆਂ ਦੀ ਪੱਤਰੀ ਦੇ 6 ਅਧਿਆਏ ਦੀ 17 ਆਇਤ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੁਕਤੀ ਦੇ ਟੋਪ ਨੂੰ ਲੈ ਲਵੋ। ਉਹ ਟੋਪ ਜੋ ਕਿ ਸਿਰ ਨੂੰ ਢੱਕਣ ਦੇ ਲਈ ਇਸਤੇਮਾਲ ਕਰਿਆ ਜਾਂਦਾ ਹੈ, ਉਹ ਸਾਨੂੰ ਯਾਦ ਕਰਵਾਉਂਦਾ ਹੈ ਕਿ ਮਸੀਹ ਚਾਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਉਹਦੇ ਨਾਲ, ਉਸਦੇ ਉਦੇਸ਼ਾਂ ਦੇ ਨਾਲ, ਉਹਦੀਆਂ ਯੋਜਨਾਵਾਂ ਦੇ ਨਾਲ, ਉਹਦੇ ਵਿਚਾਰਾਂ ਦੇ ਨਾਲ, ਉਸਦੇ ਤੌਰ ਤਰੀਕਿਆਂ ਦੇ ਨਾਲ, ਉਸਦੀ ਸੱਚਾਈ ਦੇ ਨਾਲ, ਉਸਦੇ ਪ੍ਰਕਾਸ਼ ਦੇ ਨਾਲ ਆਪਣੇ ਆਪ ਨੂੰ ਲੈਸ ਕਰੀਏ। ਮੁਕਤੀ ਦੇ ਟੋਪ ਦੇ ਬਾਰੇ ਵਧੇਰੇ ਜਾਣਕਾਰੀ ਦੇ ਲਈ ਜਿਸ ਗੱਲਾਂ ਦੇ ਉੱਤੇ ਗੌਰ ਕੀਤਾ ਉਹ ਸੀ ਮੁਕਤੀ ਦੇ ਟੋਪ ਨੂੰ ਸਮਝਣਾ। ਕਿਉਂਕਿ ਮੁਕਤੀ ਦਾ ਟੋਪ ਆਤਮਿਕ ਟੋਪ ਹੈ ਤਾਂ ਅਸੀਂ ਇਸ ਦੇ ਬਾਰੇ ਬਾਈਬਲ ਵਿੱਚੋਂ ਬਹੁਤ ਸਾਰਿਆਂ ਹਵਾਲਿਆਂ ਉੱਤੇ ਗੌਰ ਕੀਤਾ ਹੈ। ਮੁਕਤੀ ਦੇ ਟੋਪ ਨੂੰ ਸਮਝਣ ਦੇ ਲਈ ਜ਼ਰੂਰੀ ਗੱਲਾਂ ਹਨ। ਪਹਿਲੀ ਗੱਲ, ਇਹ ਯਿਸੂ ਮਸੀਹ ਦੇ ਵਿੱਚ ਦਰਸਾਇਆ ਗਿਆ। ਦੂਜੀ ਗੱਲ, ਕਿਸੇ ਵੀ ਕਿਸਮ ਦੀ ਸੇਵਾ ਦੇ ਲਈ ਇਹ ਜ਼ਰੂਰੀ ਹੈ। ਇਹ ਇੱਕ ਮੁੱਢਲੀ ਲੋੜ ਹੈ। ਤੀਸਰੀ ਗੱਲ, ਇਹ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਸ਼ਕਤੀ ਹੈ। ਚੌਥੀ ਗੱਲ, ਇਹ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਨ ਦੇ ਦੁਆਰਾ ਪੈਦਾ ਕੀਤੀ ਜਾਂਦੀ ਹੈ। ਪੰਜਵੀਂ ਗੱਲ, ਇਹ ਪ੍ਰਾਰਥਨਾ ਦੇ ਦੁਆਰਾ ਸੰਭਵ ਹੈ। ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਮੁਕਤੀ ਦੇ ਟੋਪ ਨੂੰ ਸਮਝਣ ਦੇ ਲਈ ਇਹਨਾਂ ਮਹੱਤਵਪੂਰਨ ਗੱਲਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਹੁਣ ਸਮਾਂ ਹੈ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਮੁਕਤੀ ਦੇ ਟੋਪ ਬਾਰੇ ਆਪਣੇ ਅਧਿਐਨ ਨੂੰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਨਾ ਭੁੱਲਣਾ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਮਹਾਨ ਸਾਮਰਥੀ ਕਿਰਪਾਲੂ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ, ਅੱਜ ਦੇ ਅਧਿਐਨ ਪ੍ਰੋਗਰਾਮ ਵਾਸਤੇ ਤੁਹਾਡਾ ਧੰਨਵਾਦ ਦਿੰਦੇ ਕਿ ਤੁਸੀਂ ਪਿਤਾ ਪਰਮੇਸ਼ਵਰ ਸਾਨੂੰ ਮੁਕਤੀ ਦੇ ਟੋਪ ਬਾਰੇ ਸਿੱਖਿਆ ਦਿੱਤੀ। ਮੁਕਤੀ ਦਾ ਟੋਪ ਪਿਤਾ ਪਰਮੇਸ਼ਵਰ ਅਸਲ ਵਿੱਚ ਸਾਨੂੰ ਉਹਨਾਂ ਸਾਰੀ ਆਤਮਿਕ ਗੱਲਾਂ ਤੋਂ ਪ੍ਰਭੂ ਜੀ ਬਤਾਉਂਦਾ ਜਿਹੜੀਆਂ ਕਿ ਸ਼ੈਤਾਨ ਸਾਡੇ ਜੀਵਨ ਦੇ ਵਿੱਚ ਪਾਉਣਾ ਚਾਹੁੰਦਾ ਹੈ। ਪਿਤਾ ਪਰਮੇਸ਼ਵਰ, ਇਸ ਆਤਮਿਕ ਟੋਪ ਦੇ ਜ਼ਰੀਏ ਅਸੀਂ ਪ੍ਰਭੂ ਯਿਸੂ ਮਸੀਹ ਦੀ ਗੱਲਾਂ ਨੂੰ ਆਪਣੇ ਅੰਦਰ, ਆਪਣੇ ਦਿਮਾਗ ਦੇ ਅੰਦਰ, ਆਪਣੀ ਆਤਮਾ ਦੇ ਅੰਦਰ ਛੁਪਾ ਕੇ ਰੱਖ ਸਕਦੇ ਹਾਂ ਪਿਤਾ, ਉਹਨਾਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਇਸ ਅੱਛੀ ਸਟੱਡੀ ਵਾਸਤੇ, ਇਸ ਅਧਿਐਨ ਪ੍ਰੋਗਰਾਮ ਵਾਸਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਵਰ ਕਿ ਜਿੰਨੇ ਵੀ ਸਾਡੇ ਦਰਸ਼ਕ ਹੈ ਮੁਕਤੀ ਦੇ ਟੋਪ ਬਾਰੇ ਚੰਗੀ ਤਰ੍ਹਾਂ ਪ੍ਰਭੂ ਜੀ ਇਸ ਸਿੱਖਿਆ ਨੂੰ ਆਪਣੇ ਦਿਲ 'ਚ ਗ੍ਰਹਿਣ ਕਰ ਲੈਣ ਔਰ ਇਹਦਾ ਇਸਤੇਮਾਲ ਪਿਤਾ ਪਰਮੇਸ਼ਵਰ ਸ਼ੈਤਾਨ ਦੀ ਯੁਕਤੀਆਂ ਤੋਂ ਬਚਣ ਲਈ ਕਰ ਸਕਣ। ਪਿਆਰੇ ਪਿਤਾ ਪਰਮੇਸ਼ਵਰ, ਸਾਡੀ ਇਸ ਪ੍ਰਾਰਥਨਾ ਨੂੰ ਸੁਣ ਲਓ, ਕਿਉਂਕਿ ਅਸੀਂ ਇਹ ਪ੍ਰਾਰਥਨਾ ਤੁਹਾਡੇ ਬੇਟੇ, ਆਪਣੇ ਉद्धारकर्ता ਪ੍ਰਭੂ ਯਿਸੂ ਮਸੀਹ ਜੀ ਦੇ ਮਿੱਠੇ ਨਾਮ 'ਚ ਮੰਗਦੇ ਹਾਂ। ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।